कि जिन्हें नहीं वेख्या काबल कदार वो आके वेख लवे पक्का असदार। एक किला एक हुंदा सी पुराना सिक्खां दे दौर दा ते कराड़ां दे दौर दा। ये जिहड़ा पिंड सी ए मेरे अक्ल विच तुसीं वेख सकदे जे कि ए जिहड़ी बिल्डिंग है ए सारी टुट फुट गई है। ए सरिया कढ़ के लोग लैके जा रहे हैं, अपनी अपनी लोगों की मर्जी है, लुट दा माल है, जिंदे हत्थ लग रहा वही लैके जा रहा है। तो बड़े अफसोस की गल है भी इन्ना पुराना पिंड है, 12 ਤੋਂ 14 ਪਿੰਡਾਂ ਦੀ ਕੌਂਸਲ यूनियन कौंसल है, लेकिन ये किसी किस्म की सहूलत नहीं। अस्सलाम वालेकुम। वालेकुम सलाम जी। की नाम भाजी तुहाडा? राणा मंजूर अहमद। राणा मंजूर अहमद भाई इत्थों दे रहायशी जी? हाँ जी, इत्थे ही रहायशी। जंपवाले? हाँ जी, जंपवाले इत्थों दा ही। कितनी देर तो तुसी इस गुरुद्वारे नूं वेख रहे जी? ਜਦੋਂ ਦੀ ਹੋਸ਼ ਸੰਭਾਲੀ ਜੀ, ਉਦੋਂ ਦਾ ਜਦੋਂ ਦੀ ਹੋਸ਼ हाँ ਸੰਭਾਲੀ। जी, ਜਦੋਂ ਦੀ ਹੋਸ਼ ਸੰਭਾਲੀ। ਇਹਦੇ ਤੇ ਕਿਸੇ ਨੇ ਤਵੱਜੋ ਨਹੀਂ ਦਿੱਤੀ? ਨਹੀਂ ਜੀ, ਕੋਈ ਵੀ ਤਵੱਜੋ ਨਹੀਂ ਦਿੱਤੀ, ਬਿਲਕੁਲ ਇਹਦਾ ਖਸਤਾ ਹਾਲ ਹੈ। ਇੱਥੇ ਪਿਛਲੇ ਦਿਨਾਂ 'ਚ ਇੱਕ ਔਰਤ ਵੀ ਇੰਡੀਆ 'ਚੋਂ ਆਈ ਸੀ, ਉਹਨੇ ਵਿਜ਼ਿਟ ਕੀਤਾ ਸੀ, ਬਲਕਿ ਉਹਨੇ ਇੱਥੇ ਇੱਕ ਔਰਤ ਨੂੰ ਕਿਹਾ ਵੀ ਸੀ ਕਿ ਇਹਦੀ ਸਫਾਈ ਰੱਖਿਆ ਜੇ, ਲੇਕਿਨ ਕਿਸੇ ਨੇ ਕੋਈ ਸਫਾਈ ਨਹੀਂ ਕੀਤੀ। ਕਿਸੇ ਨੇ ਸਫਾਈ ਨਹੀਂ? ਕਿਸੇ ਨੇ ਸਫਾਈ ਨਹੀਂ ਕੀਤੀ, ਕੋਈ ਤਵੱਜੋ ਨਹੀਂ। ਇਹਦਾ ਰਕਬਾ ਘਟਦਾ ਹੁਣ 2-3 ਕਨਾਲ ਰਹਿ ਗਿਆ, ਪਹਿਲੇ 3-4 ਏਕੜ ਸੀ। 3-4 ਏਕੜ ਰਕਬਾ ਸੀ ਜਿਹੜਾ ਘਟਦਾ 2-3 ਕਨਾਲ ਰਹਿ ਗਿਆ। 2-3 ਕਨਾਲ ਰਹਿ ਗਿਆ। ਇਹਨੂੰ ਸਮਾਧੀਆਂ ਬੋਲਦੇ ਸੈਂ। ਇੱਥੇ ਇੱਕ ਹੋਰ ਸਮਾਧੀ ਹੁੰਦੀ ਸੀ, ਉਹ ਗਿਰ ਗਈ ਹੈ ਨਾ ਤਵੱਜੋ ਦੀ ਵਜ੍ਹਾ ਨਾਲ। ਤਵੱਜੋ ਨਾ ਦੇਵਣ ਦੀ ਵਜ੍ਹਾ ਤੋਂ ਤੀਸਰਾ ਹਿੱਸਾ ਇਹਦਾ ਡਿੱਗ ਚੁੱਕਿਆ। ਤੇ ਇੱਥੇ ਵੇਖੋ ਥਾਪੀਆਂ ਵਗੈਰਾ ਲੋਕਾਂ ਨੇ ਗੰਦ ਪਾਇਆ ਹੈ, ਸਫਾਈ ਕੋਈ ਨਹੀਂ ਕਰਦਾ। ਉਹ ਕਾਫਲੇ ਤੇ ਕਦੇ ਆਈ ਨਹੀਂ, ਕਿਸੇ ਚੱਕਰ ਹੀ ਨਹੀਂ ਲਾਇਆ। ਸਹੀ, ਯਾਨੀ ਕਿ ਲੋਕ ਕਾਬਜ਼ ਹੋ ਰਹੇ ਨੇ, ਕਾਫ ਵਾਲਿਆਂ ਨੇ ਤਵੱਜੋ ਨਹੀਂ ਦਿੱਤੀ। ਤੁਸੀਂ ਵੇਖ ਰਹੇ ਸਰ ਜੀ, ਤੂੜੀ ਵਿੱਚ ਰੱਖੀ ਹੈ, ਇੱਧਰ ਵੇਖੋ ਗੰਦ ਪਿਆ ਹੈ, ਕੋਈ ਵੀ ਤਵੱਜੋ ਨਹੀਂ, ਕੋਈ ਸਫਾਈ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। जी नाज़रीन, मेरा कैमरामैन अगर तुहानूं विखा सके तो विखाया जे ए लोगों ने अपना जिहड़ा ना कूड़ा क्रिकेट वो इन्हां दे समाधां दे अंदर रखिया होया है कि जिहड़ा कि बिल्कुल गैर कानूनी है। तो कोई भी जिहड़ी अपना विरसा तरीखी कोई भी रहायशी कोई भी बंदा इनू अपने इस्तेमाल च नहीं लिया सकता। ए वेख सकदे थापियां हुई ने, लोगों ने अपना इत्थे बालन रखिया होया, लकड़ां रखियां हुई ने। इस तरह यह जिहड़ा वड्डा गुरुद्वारा जिहा इहदी हालत ज़ार भी तुहानूं विखाने हैं। ए वेखो ਇਹ ਲੋਕਾਂ ਨੇ ਆਪਣੇ ਤੂੜੀ ਵਾਲਾ ਜਿਹੜਾ ਨਾ ਕਮਰਾ ਬਣਾ ਛੱਡਿਆ, ਤੂੜੀ ਰੱਖੀ ਹੋਈ ਹੈ ਅੰਦਰ, ਇਹ ਤੂੜੀ ਦਾ ਭਰਿਆ ਹੋਇਆ, ਇਹ ਅੰਦਰ ਬਿਲਕੁਲ ਆਪਣੀ ਅਸਲ ਹਾਲਤ ਦੇ ਵਿੱਚ ਮੌਜੂਦ ਹੈ। ਲੇਕਿਨ ਲੋਕਾਂ ਨੇ ਇਹਨੂੰ ਆਪਣੀ ਜਾਗੀਰ ਬਣਾਇਆ ਹੈ ਸਿਰਫ ਇਸ ਵਜ੍ਹਾ ਤੋਂ ਕਿ ਜਿਹੜਾ ਮਹਿਕਮਾ ਔਕਾਫ ਦਾ ਅਮਲਾ ਹੈ ਉਹ ਬਿਲਕੁਲ ਇਸ 'ਤੇ ਤਵੱਜੋ ਨਹੀਂ ਦੇ ਰਿਹਾ। ਇਹਦਾ ਜਿਹੜਾ ਰਕਬਾ ਸੀ ਉਹ ਤਕਰੀਬਨ 3 ਤੋਂ 4 ਏਕੜ ਸੀ, ਜਿਹੜਾ ਹੁਣ ਘਟ ਕੇ ਤਕਰੀਬਨ 2 ਤੋਂ 3 ਕਨਾਲ ਰਹਿ ਗਿਆ। ਲੋਕ ਉਹਦੇ 'ਤੇ ਵੀ ਕਾਬਜ਼ੀਨ ਹੋ ਰਹੇ ਨੇ। ਇਹ ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ, ਇੱਧਰ ਮੇਰੇ ਖੱਬੇ ਪਾਸੇ ਵੀ ਕਿ ਲੋਕਾਂ ਨੇ ਬਾਲਣ ਰੱਖਿਆ ਹੋਇਆ, ਥਾਪੀਆਂ ਵਾਲੇ ਜਿਹਨੂੰ ਅਸੀਂ ਗੂਰੇ ਕਹਿੰਦੇ ਆ ਉਹ ਬਣਾਏ ਹੋਏ ਨੇ ਅਤੇ ਆਪਣੀ ਜ਼ਾਤੀ ਜਗੀਰ ਇਹਨੂੰ ਬਣਾਇਆ ਹੋਇਆ। ਮਹਿਕਮਾ ਔਕਾਫ ਹੈ ਜਿਹੜਾ ਉਹ ਅਗਰ ਸਾਡੀ ਇਸ ਵੀਡੀਓ ਨੂੰ ਅੱਜ ਵੇਖੇ तो उन्होंने चाहिए है कि इस पासे तवज्जो देवे तो जी इहदी हालत ज़ार है उन्होंने बरकरार रखने वास्ते अपना किरदार अदा करे, ताकि वो लोग जो इंडिया चों आते हैं उन्होंने दे इलम विच भी होवे कि साड़ियाँ बाकियात पक्के असदार विच भी अजे तक जिहड़ा ना विरसा वो बाकी है। जी नाज़रीन, इस टाइम असीं पहुँच चुके हैं पक्का असदार दी यूनियन कौंसल दे विच। यूनियन कौंसल नंबर 24 ते खसूसी काविश मियाँ गंज बख्श बोदला ਇਹ ਉਹਨਾਂ ਦੀ ਕਾਵਿਸ਼ ਨਾਲ ਯਾਨੀ ਕਿ ਬਿਲਡਿੰਗ ਬਣੀ ਸੀ। ਇਹ ਜਿਹੜੀ ਯੂਨੀਅਨ ਕੌਂਸਲ ਹੈ ਇਹ ਤਕਰੀਬਨ 10 ਤੋਂ 12 ਪਿੰਡਾਂ ਦੀ ਯੂਨੀਅਨ ਕੌਂਸਲ ਹੈ। 10 ਤੋਂ 12 ਪਿੰਡਾਂ ਦਾ ਰਿਕਾਰਡ ਇਸ ਯੂਨੀਅਨ ਕੌਂਸਲ ਦੇ ਵਿੱਚ ਹੁੰਦਾ ਹੈ। ਇਸ ਦੀ ਜਿਹੜੀ ਹਾਲਤ ਜ਼ਾਰ ਹੈ ਤੁਸੀਂ ਉਹਦਾ ਅੰਦਾਜ਼ਾ ਇਹਨਾਂ ਵਿੰਡੋ ਤੋਂ ਤੇ ਇਹਨਾਂ ਤਾਲਿਆਂ ਤੋਂ ਦਰਵਾਜ਼ਿਆਂ ਤੋਂ ਲਾ ਸਕਦੇ ਜੇ ਕਿ ਇਸ ਯੂਨੀਅਨ ਕੌਂਸਲ ਵਿੱਚ ਨਾ ਤੇ ਕੋਈ ਚੌਕੀਦਾਰ ਮੌਜੂਦ ਹੁੰਦਾ ਹੈ ਤੇ ਨਾ ਹੀ ਕਿਸੇ ਐਡਮਿਨਿਸਟ੍ਰੇਟਰ ਦਾ ਇੱਥੇ ਕੋਈ ਰਾਬਤਾ ਨੰਬਰ ਜਾਂ ਫੋਨ ਨੰਬਰ ਅਵੇਜ਼ਾ ਹੈ ਵੀ ਅਗਰ ਕੋਈ ਸਾਇਲ ਆਵੇ ਤੇ ਉਹ ਆ ਕੇ ਕਿਸੇ ਜਿਹੜਾ ਇੱਥੋਂ ਦਾ ਹੁੰਦੇ ਨੇ ਸੈਕਟਰੀ ਸਾਹਿਬ ਉਹਨਾਂ ਨੂੰ ਕਾਲ ਕਰਨ ਤੇ ਆਪਣਾ ਮਸਲਾ ਹੱਲ ਕਰਾਵਣ। ਇਹ ਬਾਹਰ ਜਿਹੜੀ ਯੂਨੀਅਨ ਕੌਂਸਲ ਦਾ ਹਾਤਾ ਹੈ ਉਹਦੀ ਹਾਲਤ ਜ਼ਾਰ ਵੀ ਇਹੋ ਹੀ ਹੈ ਕਿ ਇਸ ਯੂਨੀਅਨ ਕੌਂਸਲ ਦੇ ਹਾਤੇ ਦੇ ਵਿੱਚ ਨਾ ਇੱਕ ਸਵਾਏ ਦਰਖਤ ਤੋਂ ਕੋਈ ਐਸੀ ਚੀਜ਼ ਨਹੀਂ ਵੀ ਜਿੱਥੇ ਆ ਕੇ ਕੋਈ ਸਾਇਲ ਬੈਠ ਜਾਵੇ ਜਾਂ ਕੋਈ ਪਾਣੀ ਦਾ ਇੰਤਜ਼ਾਮ ਹੋਵੇ ਜਾਂ ਕੋਈ ਨਲਕਾ ਹੋਵੇ ਜਾਂ ਕੋਈ ਬੈਠਣ ਦੀ ਕੋਈ ਸੀਟ ਵਗੈਰਾ ਲੱਗੀ ਹੋਵੇ ਵੀ ਅਗਰ ਕੋਈ ਸਾਇਲ ਆਵੇ ਤੇ ਆ ਕੇ ਉਹ ਜਾਂ ਅਗਰ ਕਿਸੇ ਨੇ ਇੰਤਜ਼ਾਰ ਕਰਨਾ ਹੋਵੇ ਕਿਸੇ ਸੈਕਟਰੀ ਦਾ ਜਾਂ ਕਿਸੇ ਐਡਮਿਨਿਸਟ੍ਰੇਟਰ ਦਾ ਤਾਂ ਉਹ ਆ ਕੇ ਇੰਤਜ਼ਾਰ ਕਰੇ। ਇਹਦੀ ਹਾਲਤ ਜ਼ਾਰ ਤੋਂ ਇਹ ਅੰਦਾਜ਼ਾ ਲੱਗ ਰਿਹਾ ਹੈ ਕਿ ਇਹਦੇ 'ਤੇ ਕਿੰਨੀ ਕੁ ਤਵੱਜੋ ਦਿੱਤੀ ਜਾ ਰਹੀ ਹੈ। 10 ਤੋਂ 12 ਪਿੰਡਾਂ ਦੀ ਇਹ ਯੂਨੀਅਨ ਕੌਂਸਲ ਹੈ। ਗੇਟ ਬਿਲਕੁਲ ਨਹੀਂ ਹੈ, ਇਹਦਾ ਮੇਨ ਗੇਟ ਜਿਹੜਾ ਉਹ ਅਜੇ ਤੱਕ ਨਹੀਂ ਲੱਗ ਸਕਿਆ। ਚਾਰ ਦੀਵਾਰੀ ਜਿਹੜੀ ਇਹ ਵੀ ਤਕਰੀਬਨ ਹੁਣ ਨਵੀਂ ਹੋ ਰਹੀ ਹੈ, ਲੇਕਿਨ ਉਹ ਵੀ ਬਿਲਕੁਲ ਨਾ ਹੋਣ ਦੇ ਬਰਾਬਰ ਹੈ। ਇਹਦੇ 'ਤੇ ਬਿਲਕੁਲ ਕਿਸੇ ਕਿਸਮ ਦੀ ਕਿਸੇ ਅਫੀਸਰ ਦੀ ਕਿਸੇ ਆਲਾ ਹੁਕਮਰਾਨ ਦੀ ਅਹੁਦੇਦਾਰ ਦੀ ਬਿਲਕੁਲ ਤਵੱਜੋ ਨਹੀਂ ਹੈ ਅਤੇ ਇਹਨੂੰ ਆਪਣੇ ਹੀ ਰਹਿਮੋ ਕਰਮ 'ਤੇ ਛੱਡਿਆ ਹੋਇਆ ਹੈ।
ਜਦੋਂ ਕਿਸੇ ਵੀ ਚੀਜ਼ ਦਾ ਕੋਈ ਵਾਲੀ ਵਾਰਸ ਨਾ ਹੋਵੇ ਜਾਂ ਕੋਈ ਚੌਕੀਦਾਰ ਨਾ ਹੋਵੇ ਜਾਂ ਉੱਥੇ ਕਿਸੇ ਦਾ ਕੋਈ ਰਾਬਤਾ ਨੰਬਰ ਨਾ ਹੋਵੇ ਤੇ ਸਾਹਿਲ ਨੇ ਆ ਕੇ ਕਿਹਦੇ ਨਾਲ ਗੱਲ ਕਰਨੀ? ਸਾਹਬਜ਼ਾਰ ਹੈ ਸਾਹਿਲ ਹੈ ਜਿਹੜਾ, ਉਹਨੇ ਆ ਕੇ ਮਾਯੂਸ ਹੋ ਕੇ ਉਹਨੇ ਵਾਪਸ ਘਰ ਜਾਣਾ। ਇੱਥੇ ਜਿਹੜਾ ਰਿਕਾਰਡ ਹੈ, ਅੱਜ ਕੱਲ੍ਹ ਰਿਕਾਰਡ ਜਿਹੜਾ ਉਹ ਜ਼ਿਆਦਾਤਰ ਕੰਪਿਊਟਰ ਤੇ ਚੱਲ ਰਿਹਾ, ਲੇਕਿਨ ਇਸ ਯੂਨੀਅਨ ਕੌਂਸਲ ਨੂੰ ਆ ਕੇ ਜਦੋਂ ਅਸੀਂ ਵੇਖਿਆ ਤੇ ਉੱਥੋਂ ਪਤਾ ਲੱਗਿਆ ਕਿ ਕੰਪਿਊਟਰ ਤੇ ਬੜੀ ਦੂਰ ਦੀ ਗੱਲ ਹੈ। ਹੋ ਸਕਦਾ ਇੱਥੋਂ ਦੇ ਜਿਹੜੇ ਰਜਿਸਟਰ ਨੇ ਉਹ ਵੀ ਗਾਇਬ ਹੋ ਚੁੱਕੇ ਹੋਣ, ਕਿਉਂਕਿ ਟੁੱਟੇ ਜਿਹੇ ਦਰਵਾਜ਼ੇ ਨੇ, ਕਿਸੇ ਕਿਸਮ ਦੀ ਸਿਕਿਉਰਿਟੀ ਨਹੀਂ ਹੈ, ਕੋਈ ਚੌਕੀਦਾਰ ਨਹੀਂ ਹੈ ਇੱਥੇ। ਪੱਕਾ ਸਰਦਾਰ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਇਹ ਪਿੰਡ ਹੈ ਤੇ ਤਕਰੀਬਨ ਵੀ ਘੱਟ ਤੋਂ ਘੱਟ ਵੀ ਕੋਈ 100 ਤੋਂ 150 ਸਾਲ ਹੈ ਪੁਰਾਣਾ ਪਿੰਡ ਹੈ, ਜਿਹਦੇ ਬਾਰੇ 'ਚ ਇਹ ਗੱਲ ਵੀ ਮਸ਼ਹੂਰ ਹੈ ਕਿ ਜਿਹਨੇ ਨਹੀਂ ਵੇਖਿਆ ਕਾਬਲ ਕਦਾਰ ਉਹ ਆ ਕੇ ਵੇਖ ਲਵੇ ਪੱਕਾ ਸਰਦਾਰ। ਇਹ ਕਿਲਾ ਇੱਕ ਹੁੰਦਾ ਸੀ ਪੁਰਾਣਾ ਸਿੱਖਾਂ ਦੇ ਦੌਰ ਦਾ ਤੇ ਕਰਾੜਾਂ ਦੇ ਦੌਰ ਦਾ, ਇਹ ਜਿਹੜਾ ਪਿੰਡ ਸੀ। ਇਹ ਮੇਰੇ ਅੱਖ ਵਿੱਚ ਤੁਸੀਂ ਵੇਖ ਸਕਦੇ ਜੇ ਕਿ ਇਹ ਜਿਹੜੀ ਬਿਲਡਿੰਗ ਹੈ ਇਹ ਸਾਰੀ ਟੁੱਟ ਫੁੱਟ ਗਈ ਹੈ। ਇਹ ਸਰੀਆ ਕੱਢ ਕੇ ਲੋਕ ਲੈ ਕੇ ਜਾ ਰਹੇ ਨੇ, ਆਪਣੀ ਲੋਕਾਂ ਦੀ ਮਰਜ਼ੀ ਹੈ, ਲੁੱਟ ਦਾ ਮਾਲ ਹੈ, ਜਿਹਦੇ ਹੱਥ ਲੱਗ ਰਿਹਾ ਉਹੀ ਲੈ ਕੇ ਜਾ ਰਿਹਾ। ਤੇ ਬੜੇ ਅਫਸੋਸ ਦੀ ਗੱਲ ਹੈ ਵੀ ਇੰਨਾ ਪੁਰਾਣਾ ਪਿੰਡ ਹੈ, 12 ਤੋਂ 14 ਪਿੰਡਾਂ ਦੀ ਇਹ ਕੌਂਸਲ ਯੂਨੀਅਨ ਕੌਂਸਲ ਹੈ, ਲੇਕਿਨ ਇਹਦੇ ਵਿੱਚ ਕਿਸੇ ਕਿਸਮ ਦੀ ਸਹੂਲਤ ਨਹੀਂ ਹੈ। ਇਹ ਗੇਟ ਹੈ ਜਿਹੜਾ ਤੁਸੀਂ ਵੇਖ ਸਕਦੇ ਜੇ ਕਿ ਗੇਟ ਬਿਲਕੁਲ ਨਹੀਂ ਲੱਗਾ ਹੋਇਆ, ਓਪਨ ਹੈ, ਬਿਲਕੁਲ ਹੀ ਓਪਨ ਹੈ। ਕਿਸੇ ਕਿਸਮ ਦੀ ਇਸ ਯੂਨੀਅਨ ਕੌਂਸਲ ਦੇ ਵਿੱਚ ਸਹੂਲਤ ਮੌਜੂਦ ਨਹੀਂ ਹੈ। ਸਾਰਾ ਤੁਸੀਂ ਵੇਖ ਸਕਦੇ ਜੇ ਪਿੱਛੇ ਸਾਰਾ ਕਚਰਾ ਪਿਆ ਹੋਇਆ ਹੈ। ਇੱਧਰ ਪਿੱਛੇ ਵੇਖੋ, ਇਹ ਨਿਜ਼ਾਮ ਤੁਹਾਨੂੰ ਵਿਖਾਉਂਦੇ ਹਾਂ ਕਿ ਇਹ ਯੂਨੀਅਨ ਕੌਂਸਲ ਹੈ ਪੱਕੇ ਸਰਦਾਰ ਦੀ ਤੇ ਥਾਪੀਆਂ ਪਈਆਂ। ਅੱਲਾ ਹੀ ਹਾਫਿਜ਼ ਹੈ ਇਸ ਮੁਲਕ ਦਾ, ਇਸ ਨਿਜ਼ਾਮ ਦਾ। ਤੇ ਜਿਹੜੇ ਇੱਥੋਂ ਦੇ ਸੈਕਟਰੀ ਸਾਹਿਬ ਨੇ, ਮੈਨੂੰ ਉਹਨਾਂ ਦੇ ਬਾਰੇ 'ਚ ਅਫਸੋਸ ਹੈ ਕਿ ਉਹ ਆ ਕੇ ਇੱਥੇ ਡਿਊਟੀ ਵੀ ਦਿੰਦੇ ਨੇ, ਇੱਥੇ ਆ ਕੇ ਬੈਠਦੇ ਵੀ ਨੇ, ਲੇਕਿਨ ਉਹ ਇਹਦੀ ਸਫਾਈ ਸੁਥਰਾਈ ਦੇ ਜਾਂ ਇਹਦੇ ਇੰਤਜ਼ਾਮਾਤ ਨੇ ਉਹਦੇ ਬਾਰੇ 'ਚ ਬਿਲਕੁਲ ਉਹਨਾਂ ਦੀ ਕੋਈ ਤਵੱਜੋ ਨਹੀਂ। ਉਹ ਮੈਨੂੰ ਸ਼ੱਕ ਪੈਂਦਾ ਵੀ ਆਪਣੀ ਜਿਹੜੀ ਆਏ ਟਾਈਮ ਪੂਰਾ ਕੀਤਾ, ਦਿਹਾੜੀ ਲਾਈ ਤੇ ਗਏ, ਬਸ ਇਹੀ ਸਿਸਟਮ ਹੈ। ਇਹ ਤੁਸੀਂ ਵੇਖ ਸਕਦੇ ਜੀ, ਜੜੀ ਬੂਟੀਆਂ ਉਗਰੀਆਂ ਹੋਈਆਂ ਨੇ, ਥਾਪੀਆਂ ਥੱਪੀਆਂ ਪਈਆਂ ਨੇ, ਕੋਈ ਪਾਣੀ ਦਾ ਇੰਤਜ਼ਾਮ ਨਹੀਂ, ਕੋਈ ਬੈਠਣ ਦਾ ਇੰਤਜ਼ਾਮ ਨਹੀਂ। ਤੇ ਕੀ ਇੱਥੇ ਲੋਕਾਂ ਦੇ ਮਸਲੇ ਹੱਲ ਹੁੰਦੇ ਹੋਣਗੇ? ਜਿਸ ਯੂਨੀਅਨ ਕੌਂਸਲ ਦੀ ਹਾਲਤ ਜ਼ਾਹਰ ਇਹ ਹੋਵੇ, ਉੱਥੇ ਜਿਹੜੇ ਆਵਾਮ ਦੇ ਮਸਾਇਲ ਨੇ ਜਿਹੜੇ ਉਹ ਕਿਵੇਂ ਹੱਲ ਹੋਣੇ ਤੇ ਕਿਹਨੇ ਕਰਨੇ ਨੇ? ਇਹ ਸਾਰਾ ਤੁਸੀਂ ਵੇਖ ਸਕਦੇ ਜੀ, ਬਿਲਕੁਲ ਹਰ ਪਾਸੇ ਕਚਰਾ ਹੀ ਕਚਰਾ, ਗੰਦ ਹੀ ਗੰਦ ਹੈ, ਕੋਈ ਕਿਸੇ ਕਿਸਮ ਦੀ ਸਹੂਲਤ ਨਹੀਂ, ਕੋਈ ਇੱਥੇ ਕਿਸੇ ਦਾ ਨੰਬਰ ਨਹੀਂ ਲਿਖਿਆ ਹੋਇਆ ਤੇ ਅਗਰ ਕੋਈ ਬੰਦਾ ਇੱਥੇ ਆਵੇ ਤਾਂ ਕਿਸੇ ਨਾਲ ਰਾਬਤਾ ਕਰੇ ਤੇ ਆਪਣਾ ਮਸਲਾ ਹੱਲ ਕਰਵਾਵੇ। ਇਹ ਯੂਨੀਅਨ ਕੌਂਸਲ ਅਸੀਂ ਤੁਹਾਨੂੰ ਵਿਖਾਈ। ਇਸ ਵੇਲੇ ਸਾਡੀ ਟੀਮ ਪਹੁੰਚ ਚੁੱਕੀ ਹੈ ਪੱਕਾ ਸਰਦਾਰ ਦੇ ਰੇਲਵੇ ਸਟੇਸ਼ਨ ਤੇ। ਅਗਰ ਮੇਰਾ ਕੈਮਰਾਮੈਨ ਤੁਹਾਨੂੰ ਵਿਖਾ ਸਕੇ ਤਾਂ ਇਹ ਪੱਕਾ ਸਰਦਾਰ ਦਾ ਜਿਹੜਾ ਨਾ ਬੋਰਡ ਵੀ ਲੱਗਾ ਹੋਇਆ ਹੈ ਤੇ ਇਹ ਪੱਕਾ ਸਰਦਾਰ ਰੇਲਵੇ ਸਟੇਸ਼ਨ ਦਾ ਟਿਕਟ ਘਰ ਸੀ, ਜਿੱਥੇ ਬਹਿ ਕੇ ਤੇ ਸਟੇਸ਼ਨ ਮਾਸਟਰ ਸਾਹਿਬ ਟਿਕਟ ਦਿੰਦੇ ਸਨ। ਇਹ ਵਿੰਡੋ ਹੈ ਜਿੱਥੋਂ ਟਿਕਟਾਂ ਤਕਸੀਮ ਕੀਤੀਆਂ ਜਾਂਦੀਆਂ ਸਨ। ਇਹ ਫਰਿਸ਼ਤ ਕਿਰਾਇਆਨਾਮਾ ਦੀ ਜਿਹੜੀ ਤਕਰੀਬਨ ਕੋਈ 80 ਤੋਂ 90% ਮਿਟ ਚੁੱਕੀ ਹੈ। ਇਹ ਉਹ ਟਿਕਟ ਘਰ ਦੀ ਵਿੰਡੋ ਹੈ ਜਿੱਥੇ ਬਹਿ ਕੇ ਸਟੇਸ਼ਨ ਮਾਸਟਰ ਸਾਹਿਬ ਟਿਕਟਾਂ ਦਿੰਦੇ ਸੀ। ਤੇ ਅਗਰ ਮੇਰਾ ਕੈਮਰਾਮੈਨ ਤੁਹਾਨੂੰ ਵਿਖਾ ਸਕੇ ਤਾਂ ਇਹ ਮੇਰੇ ਸਾਹਮਣੇ ਹੀ ਸਟੇਸ਼ਨ ਮਾਸਟਰ ਸਾਹਿਬ ਦੇ ਕੁਆਟਰ ਨੇ। ਅਗਰ ਮੇਰਾ ਕੈਮਰਾਮੈਨ ਤੁਹਾਨੂੰ ਹੋਵੇ ਤਾਂ ਇਹ ਦਿਖਾਓ ਜੀ ਥੋੜ੍ਹਾ ਜਿਹਾ। ਇਹ ਸਾਹਮਣੇ ਸਟੇਸ਼ਨ ਮਾਸਟਰ ਸਾਹਿਬ ਦਾ ਕੁਆਟਰ ਸਨ, ਇੱਥੇ ਉਹ ਰਸ਼ ਪਜ਼ੀਰ ਹੁੰਦੇ ਸਨ। ਇਹ ਜਿਹੜਾ ਰੇਲਵੇ ਸਟੇਸ਼ਨ ਹੈ ਇਹ ਤਕਰੀਬਨ 1924 ਦੇ ਵਿੱਚ ਕਾਇਮ ਹੋਇਆ ਸੀ ਤੇ ਇਹ ਜਿਹੜਾ ਪਿੰਡ ਹੈ ਪੱਕਾ ਸਰਦਾਰ ਇਹ 1924 ਤੋਂ ਵੀ ਪਹਿਲੇ ਦਾ ਆਬਾਦ ਸੀ। ਅੰਗਰੇਜ਼ਾਂ ਦੇ ਦੌਰ ਦੇ ਵਿੱਚ ਇਹ ਜਿਹੜਾ ਪੱਕਾ ਸਰਦਾਰ ਹੈ ਇਹ ਇੱਥੇ ਰੇਲਵੇ ਸਟੇਸ਼ਨ ਦਾ ਕਾਇਮ ਹੋਇਆ, ਰੇਲਵੇ ਸਟੇਸ਼ਨ ਕਾਇਮ ਹੋਇਆ। ਤੇ ਇਹ ਜਿਹੜਾ ਪੱਕਾ ਸਰਦਾਰ ਹੈ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਪਿੰਡ ਹੈ। ਇਹ ਤੁਸੀਂ ਵੇਖ ਰਹੇ ਜਿਹੜੀਆਂ ਫਸਲਾਂ ਨੇ ਇਹ ਸਾਰੀਆਂ ਬਾਅਦ ਦੇ ਵਿੱਚ ਇੱਥੇ ਫਸਲਾਂ ਬੀਜੀਆਂ ਗਈਆਂ ਨੇ। ਰੇਲਵੇ ਨੇ ਇਹ ਜ਼ਮੀਨਾਂ ਠੇਕੇ ਤੇ ਦਿੱਤੀਆਂ ਨੇ, ਲੀਜ਼ ਤੇ ਦਿੱਤੀਆਂ ਨੇ। ਇਸ ਰੇਲਵੇ ਸਟੇਸ਼ਨ ਤੇ ਤਕਰੀਬਨ ਆ ਕੇ ਲੋਕ 15 ਤੋਂ 20 ਪਿੰਡ ਸਨ ਜਾਂ 30 ਪਿੰਡ ਸਨ ਜਿਹੜੇ ਉਹ ਆ ਕੇ ਇੱਥੋਂ ਦੂਸਰੇ ਸ਼ਹਿਰਾਂ ਨੂੰ ਸਫ਼ਰ ਕਰਨ ਵਾਸਤੇ ਟ੍ਰੇਨ ਦੇ ਵਿੱਚ ਸਵਾਰ ਹੁੰਦੇ ਸਨ ਤੇ ਆਪਣਾ ਸਫ਼ਰ ਕਰਦੇ ਸੀ ਦੂਸਰੇ ਸ਼ਹਿਰਾਂ ਦੀ ਤਰਫ। ਇਹ ਜਿਹੜਾ ਪਿੰਡ ਪੱਕਾ ਸਰਦਾਰ ਹੈ ਸਭ ਤੋਂ ਪਹਿਲੇ ਇਹਦੀ ਜਿਹੜੀ ਆਪਣਾ ਸੀ ਆਬਪਾਸ਼ੀ ਦਾ ਨਿਜ਼ਾਮ, ਉਹਦੇ ਬਾਰੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਆਬਪਾਸ਼ੀ ਦਾ ਨਿਜ਼ਾਮ ਜ਼ਰਾਈ ਜ਼ਮੀਨਾਂ ਵਾਸਤੇ ਚੰਦ ਵੱਡੇ ਖੂਹ ਹੁੰਦੇ ਸੀ ਲੋਟਿਆਂ ਵਾਲੇ, ਜਿਹੜੇ ਬਲਦਾਂ ਤੇ ਜਾਂ ਡਾਚੀਆਂ ਤੇ ਚੱਲਦੇ ਸੀ। ਉਸ ਤੋਂ ਬਾਅਦ ਘਰਾਂ ਦੇ ਵਿੱਚ ਜਿਹੜਾ ਪਾਣੀ ਦਾ ਪੀਣ ਦਾ ਨਿਜ਼ਾਮ ਸੀ ਉਹ ਹੈਗਾ ਸੀ ਖੂਹੀਆਂ, ਜਿਹਨੂੰ ਆਪਾਂ ਕਹਿੰਦੇ। ਉਹ 3-4 ਖੂਹੀਆਂ ਸੀ, 4-5 ਖੂਹ ਸੀ ਜਿਨ੍ਹਾਂ ਤੋਂ ਆਬਪਾਸ਼ੀ ਹੁੰਦੀ ਸੀ ਤੇ ਬਹੁਤ ਸਾਰੇ ਰਕਬੇ ਖਾਲੀ ਹੁੰਦੇ ਸੀ ਸਿਰਫ ਪਾਣੀ ਦੀ ਕਮੀ ਦੀ ਵਜ੍ਹਾ ਤੋਂ। ਆਹਿਸਤਾ ਜਿਸ ਤਰ੍ਹਾਂ ਤਰੱਕੀ ਹੁੰਦੀ ਗਈ, ਲੋਕਾਂ ਨੇ ਟਿਊਬਵੈੱਲ ਲਾਉਣੇ ਸ਼ੁਰੂ ਕਰ ਦਿੱਤੇ ਟਰੈਕਟਰ ਦੇ ਬੋਰ ਤੇ। ਬਾਅਦ ਦੇ ਵਿੱਚ ਦੂਸਰੀਆਂ ਆ ਗਈਆਂ, ਮੋਟਰਾਂ ਆ ਗਈਆਂ, ਜਾਂ ਫਿਰ ਉਸ ਤੋਂ ਬਾਅਦ ਸ਼ਮਸੀ ਤਵਾਨਾਈ ਤੇ ਟਿਊਬਵੈੱਲ ਲੱਗਣੇ ਸ਼ੁਰੂ ਹੋ ਗਏ। ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਤਰੱਕੀ ਹੁੰਦੀ ਗਈ ਇਹ ਪਿੰਡ ਵੀ ਤਰੱਕੀ ਕਰਦਾ ਗਿਆ। ਲੇਕਿਨ ਇਸ ਜਿਹੜਾ ਪਿੰਡ ਹੈ
ਇਹਦੇ ਤੇ ਨਾਲ ਜਿਹੜੇ ਪਿੰਡ ਨੇ, ਮੈਂ ਉਹਨਾਂ ਦੇ ਬਾਰੇ ਤੁਹਾਨੂੰ ਦੱਸਾਂ ਥੋੜ੍ਹਾ ਜਿਹਾ ਕਿ ਇਸ ਪਿੰਡ ਦੇ ਆਸੇ-ਪਾਸੇ ਜਿਹੜੇ ਪਿੰਡ ਨੇ, ਚੱਕ ਮੋਤੀਕੋਟ, ਆਰਫਾਬਾਦ, ਬੁੱਬੜ, ਨਾਗਪਾਲ, ਮੀਰਾਂ ਸ਼ਾਹ, ਧਾਮਣਾ, ਕਲਿਆਣਾ, ਉਪਾਣਾ, 33 SP, ਚੱਕ ਕਜ਼ਮਤ, ਖੰਮੇ, ਕਰਲੀਆਂ, ਇਹ ਸਾਰੇ ਪਿੰਡਾਂ ਦਾ ਨਿਜ਼ਾਮ ਜਿਹੜਾ ਸੀ ਉਹ ਇਸੇ ਪਿੰਡ ਦੇ ਨਾਲ ਚੱਲਦਾ ਸੀ। ਕਾਰੋਬਾਰ ਦਾ ਸਿਲਸਿਲਾ ਵੀ ਇਸੇ ਪਿੰਡ 'ਚ ਚੱਲਦਾ ਸੀ। ਸਫ਼ਰ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਇਸੇ ਰੇਲਵੇ ਸਟੇਸ਼ਨ ਤੋਂ ਆ ਕੇ ਚੱਲਦਾ ਸੀ। ਇਸੇ ਰੇਲਵੇ ਸਟੇਸ਼ਨ ਤੇ ਆ ਕੇ ਲੋਕ ਟ੍ਰੇਨ ਤੇ ਜਾਂਦੇ ਸੀ ਦੂਸਰੇ ਸ਼ਹਿਰਾਂ ਨੂੰ, ਤੇ ਜਿਹੜਾ ਆਪਣੀਆਂ ਦੁਕਾਨਦਾਰੀ ਦਾ ਨਿਜ਼ਾਮ ਹੈ, ਜਿੰਨਾ ਵੀ ਤਜਾਰਤ ਦਾ ਨਿਜ਼ਾਮ ਹੈ, ਇਸੇ ਰੇਲ ਦੇ ਜ਼ਰੀਏ ਚੱਲਦਾ ਸੀ। ਆਹਿਸਤਾ ਆਹਿਸਤਾ ਇਹ ਜਿਹੜਾ ਰੇਲਵੇ ਦਾ ਨਿਜ਼ਾਮ ਹੈ ਇਹ ਦਰਬ ਬਰਮ ਹੁੰਦਾ ਗਿਆ, ਤੇ ਅੱਜ ਤੁਸੀਂ ਵੇਖ ਸਕਦੇ ਜੇ ਕਿ ਇਹ ਜਿਹੜਾ ਰੇਲਵੇ ਸਟੇਸ਼ਨ ਹੈ ਇਹ ਬਿਲਕੁਲ ਖੰਡਰ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ, ਬਿਲਕੁਲ ਖੰਡਰ ਬਣ ਚੁੱਕਿਆ, ਤੇ ਛੱਤਾਂ ਛੁੱਤਾਂ ਡਿੱਗ ਪਈਆਂ ਨੇ, ਲੋਕ ਗਾਡਰ TR ਵਗੈਰਾ ਲਾ ਕੇ ਲੈ ਗਏ, ਤੇ ਬੇਧਿਆਨੀ ਹੈ ਰੇਲਵੇ ਦੇ ਜਿਹੜੇ ਆਲਾ ਹੁਕਾਮ ਨੇ ਉਹਨਾਂ ਦੀ, ਤੇ ਉਹਨਾਂ ਦੀ ਗਫਲਤ ਸਮਝ ਲਵੋ ਕਿ ਇਹ ਜਿਹੜਾ ਵਿਰਸਾ ਸੀ ਇਹ ਅੱਜ ਖਤਮ ਹੁੰਦਾ ਜਾ ਰਿਹਾ ਹੈ। ਇਹ ਮੇਰੇ ਪਿੱਛੇ ਵੀ ਤੁਸੀਂ ਵੇਖ ਸਕਦੇ ਜੇ ਕਿ ਦਰਵਾਜ਼ੇ, ਖਿੜਕੀਆਂ, ਕੋਈ ਚੀਜ਼ ਨਹੀਂ ਰਹਿ ਗਈ, ਸਭ ਖਤਮ ਹੋ ਗਿਆ। ਲੋਕ ਲਿਜਾ ਚੁੱਕੇ ਨੇ ਇਹਨੂੰ ਆਪਣਾ ਮਾਲ ਸਮਝ ਕੇ। ਬਿਲਕੁਲ ਕੋਈ ਦਰਵਾਜ਼ਾ ਨਹੀਂ ਰਹਿ ਗਿਆ, ਕੋਈ ਵਿੰਡੋ ਨਹੀਂ ਰਹਿ ਗਈ, ਕੋਈ ਖਿੜਕੀ ਨਹੀਂ ਰਹਿ ਗਈ। ਇੱਕ ਦੌਰ ਸੀ ਕਿ ਇੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ, ਤੇ ਲੋਕ ਜਿਹੜੇ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਆ ਕੇ ਇਸ ਰੇਲਵੇ ਸਟੇਸ਼ਨ ਤੇ ਜਿਹੜਾ ਸਫ਼ਰ ਦੀ ਸਹੂਲੀਅਤ ਨੇ ਉਹਨਾਂ ਨੂੰ ਮੁਯੱਸਰ ਸਨ, ਤੇ ਇੱਥੋਂ ਆ ਕੇ ਟ੍ਰੇਨ ਤੇ ਸਫ਼ਰ ਕਰਦੇ ਸੀ ਤੇ ਦੂਸਰੇ ਸ਼ਹਿਰਾਂ ਨੂੰ ਜਾਂਦੇ ਸੀ। ਇਹ ਅੱਜ ਅਸੀਂ ਵਿਖਾਇਆ ਤੁਹਾਨੂੰ ਪੱਕਾ ਸੁਧਾਰ ਦਾ ਰੇਲਵੇ ਸਟੇਸ਼ਨ ਤੇ ਉਹਦੀ ਹਾਲਤੇ ਜ਼ਾਰ, ਤੇ ਪੱਕਾ ਸੁਧਾਰ ਦੇ ਜਿਹੜੀ ਦੂਸਰੀਆਂ ਚੀਜ਼ਾਂ ਨੇ ਉਹ ਵੀ ਅਸੀਂ ਤੁਹਾਨੂੰ ਵਿਖਾਈਆਂ, ਤੇ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਤੇ ਵੇਖਦੇ ਰਹੋ ਰਾਈਟ ਵੇ ਪਾਕਿਸਤਾਨ। ਅਲੀ ਅਸਗਰ ਡੁੱਡੀ, ਰਾਈਟ ਵੇ ਪਾਕਿਸਤਾਨ, ਡਿਸਟ੍ਰਿਕਟ ਪਾਕਪਤਨ।